ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੂਡੇ 7 ਨਿਊਜ਼। ਪਿਛਲੇ ਕਈ ਦਿਨਾਂ ਤੋਂ ਦੀਪ ਸਿੱਧੂ ਜੇਲ੍ਹ ਵਿੱਚ ਛੁੱਟਣ ਤੋਂ ਬਾਅਦ ਅੱਜ ਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪੱਤਰਕਾਰ ਗੁਰਪ੍ਰੀਤ ਸੰਧੂ ਦੀ ਇਹ ਰਿਪੋਰਟ। एक तो श्री गुरु रामदास साहब का शुकराना करना है क्योंकि उन्होंने हाथ दे के रखे, लगता ही नहीं सी इन्नी छेती बाहर आ जाए। दूसरी सिचुएशन ये बनी हुई है भी महामारी चल रही है, पेंडेमिक चल रही है। हुणे मैनूं पता लग्या भी बड़े लोग दे आर लूजिंग देयर लाइफ्स है ना, वो बेचारे इस पेंडेमिक च मर रहे हैं। उन्हां दी भी अरदास करांगे, पर अपने किसान मोर्चे की भी अरदास करांगे भी आपां जित के आईए उत्थों। सो हरमंदर साहब आउण दा मकसद यही है जी, असीं कुछ आपदे परिवारक तौर पर आके निमाणे हो के गुरु साहब अगे जाके अरदास करिए, शुकराना करिए। सो इसे करके हरमंदर साहब आए हैं। देखा जाए तो जेल दा सफर जिहड़ा वा ओह किस तरह कितनी देर शद्दत जिहड़ी आ ढाई गई। जेल दा सफर तां उत्थे तां ਜਿਹੜਾ ਸਹਾਰਾ ਸੀ ਉਹ ਇੱਥੋਂ ਹੀ ਮਿਲਿਆ। ਰੋਜ਼ ਅਰਦਾਸ ਕਰਦਾ ਹੁੰਦਾ ਸੀ, ਰੋਜ਼ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਅਰਦਾਸ ਕਰਨੀ, ਬਾਬਾ ਦੀਪ ਸਿੰਘ ਨੂੰ ਅਰਦਾਸ ਕਰਨੀ, ਔਰ ਉਹਨਾਂ ਨੂੰ ਕਹਿਣਾ ਸ਼ਹੀਦਾਂ ਸਿੰਘਾਂ ਦਾ ਪਹਿਰਾ ਲਾ ਕੇ ਰੱਖੋ, ਕਿਉਂਕਿ ਸਾਡੇ ਮੋਰਚੇ 'ਚ ਤੇ ਜੇਲ੍ਹ ਤੱਕ ਮੈਂ ਇਹ ਗੱਲ ਕਹਿਣਾ ਵੀ ਪ੍ਰਤੱਖ ਹੋਈ ਹੈ ਇਹ ਗੱਲ, ਸ਼ਹੀਦਾਂ ਸਿੰਘਾਂ ਦਾ ਪਹਿਰਾ ਰਿਹਾ। ਸਾਡਾ ਵਾਲ ਵੀ ਨਹੀਂ ਵਿੰਗਾ ਹੋਣ ਦਿੱਤਾ ਬਾਈ, ਨਹੀਂ ਲੱਗਦਾ ਨਹੀਂ ਸੀ ਇੰਨੀ ਛੇਤੀ ਬਾਹਰ ਆ ਜਾਾਂਗੇ। ਮੈਨੂੰ ਆਪ ਨੂੰ ਆਏ ਸੀ, ਔਰ ਮੈਂ ਵਕੀਲ ਹਾਂ ਇੱਕ ਪੇਸ਼ੇ ਦੇ ਤੌਰ ਤੇ, ਐਕਟਰ ਤਾਂ ਹੈਗਾ ਹੀ ਆ ਪਰ ਉਦੋਂ ਪਹਿਲਾਂ ਮੈਂ ਵਕਾਲਤ ਕੀਤੀ ਆ। ਮੈਨੂੰ ਆਏ ਸੀ ਵੀ 7-8 ਮਹੀਨਿਆਂ ਲਈ ਮਿਨੀਮਮ ਗਏ ਅੰਦਰ, ਪਰ ਜਦੋਂ ਜਿਸ ਤਰ੍ਹਾਂ ਦੀ ਆਪਾਂ ਕਾਨੂੰਨੀ ਲੜਾਈ ਵੀ ਲੜੀ ਆ, ਡਿਸਮਿਸ ਆਰਡਰ ਕਰਨ ਦਾ ਜਾਂ ਬੇਲ ਕਰਨ ਦਾ ਵੀ ਕੋਈ ਆਧਾਰ ਹੀ ਨਹੀਂ ਸੀ ਉਹਨਾਂ ਕੋਲੇ, ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਪੁਲਿਸ ਕੋਲੇ। ਜੋ ਇਲਜ਼ਾਮ ਲਾਏ ਬੇਬੁਨਿਆਦ, ਮਤਲਬ, ਔਰ ਜੱਜ ਵੀ ਇਹੋ ਜਿਹੇ ਰੱਬੀ ਰੂਹਾਂ ਮਿਲੀਆਂ ਵੀ ਉਹਨਾਂ ਨੇ ਆਰਡਰ 'ਚ ਇਹ ਗੱਲਾਂ ਲਿਖੀਆਂ, ਇੱਕ ਇੱਕ ਗੱਲ ਕਲੀਅਰ ਕੀਤੀ ਆਰਡਰ 'ਚ ਲਿਖ ਕੇ। ਚਾਹੇ ਮੇਰਾ ਪਹਿਲਾ ਬੇਲ ਆਰਡਰ ਸੀ, ਉਦੋਂ ਬਾਅਦ ਰਿਮਾਂਡ ਦਾ ਆਰਡਰ ਤੁਸੀਂ ਪੜ੍ਹ ਲਓ, ਉਦੋਂ ਬਾਅਦ ਦੂਜਾ ਬੇਲ ਆਰਡਰ ਪੜ੍ਹੋ। ਤੁਸੀਂ ਬੇਲ ਆਰਡਰ ਪੜ੍ਹੋਗੇ ਹੈਰਾਨ ਹੋ ਜਾਓਗੇ, ਜਿਵੇਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਖਿੱਚਿਆ ਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਬੇਈਮਾਨੀ ਕਰ ਰਹੇ ਹੋ ਇਸ ਬੰਦੇ ਨੂੰ, ਕਿਉਂਕਿ ਇਹ ਇੱਕ ਪਬਲਿਕ ਫੇਸ ਆ, ਤੁਸੀਂ ਜਾਣ ਕੇ ਇੱਕ ਐਗਜ਼ਾਮਪਲ ਬਣਾ ਰਹੇ ਹੋ ਇਸ ਬੰਦੇ ਦੀ, ਔਰ ਇਹ ਸਰਕਾਰਾਂ ਦੇ ਜਾਂ ਕਿਸੇ ਪੋਲੀਟੀਕਲ ਵੈਂਡੇਟਾ ਇਹਦੇ 'ਚ ਤੁਸੀਂ ਕੱਢ ਰਹੇ ਹੋ। ਅਦਰਵਾਈਜ਼ ਇਹਨੇ ਨਾ ਕੋਈ ਵਾਇਲੈਂਸ ਕੀਤੀ ਆ, ਨਾ ਕਿਸੇ ਨੂੰ ਇਨਸਟੀਗੇਟ ਕੀਤਾ, ਨਾ ਕਿਸੇ ਹੋਰ ਇਹ ਭੜਕਾਹਟ 'ਚ ਜਾਂ ਕਿਸੇ ਉੱਥੇ ਜੋ ਵੀ ਕੁਛ, ਜੇ ਕੁਛ ਗਲਤ ਹੋਇਆ ਹੋਵੇ, ਕੁੱਟ ਨਾਲ ਪੁਲਿਸ ਨਾਲ ਕੁੱਟਮਾਰ ਹੋਈ, ਉਹਦੇ 'ਚ ਇਨਵੋਲਵ ਸੀ। ਦੀਪ ਜੀ, ਦੇਖਿਆ ਜਾਵੇ ਤਾਂ ਕਿਹਾ ਜਾ ਰਿਹਾ ਕਿ ਦੀਪ ਸਿੱਧੂ ਜਦੋਂ ਉੱਥੇ ਹੋਇਆ ਸੀ, ਹਿੰਸਾ ਹੋਈ ਸੀ, ਤਾਂ ਉਸ ਤੋਂ ਬਾਅਦ ਭੱਜਦੇ ਨਜ਼ਰ ਆਏ ਸੀ ਬਾਈਕ ਦੇ ਉੱਤੇ। ਉਹ ਕੀ ਹੈ ਸਾਰੀ ਵੀਡੀਓ ਕੀ ਹੈ? ਨਹੀਂ ਜੀ, ਉਹ ਉੱਥੋਂ ਨਹੀਂ, ਜਿਹੜਾ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ ਉਹਨੂੰ ਪੇਸ਼ ਬੜਾ ਗਲਤ ਕੀਤਾ ਗਿਆ। ਉਹ ਸੁਖਦੇਵ ਦੇ ਢਾਬੇ ਦੇ ਸਾਹਮਣੇ ਜਦੋਂ ਮੈਂ ਆ ਕੇ ਇੱਕ ਟਰੈਕਟਰ ਤੇ ਬੈਠ ਕੇ ਹਿੰਦੀ 'ਚ ਲਾਈਵ ਕੀਤਾ ਨਾ, ਉਹ ਇਸ ਕਰਕੇ ਕੀਤਾ ਸੀ ਕਿਉਂਕਿ ਨੈਸ਼ਨਲ ਮੀਡੀਆ ਨੇ ਬੜੀ ਹੀ ਗਲਤ ਤਰ੍ਹਾਂ ਦਾ ਨੈਰੇਟਿਵ ਥਰੋ ਕਰਨ ਲੱਗ ਗਏ ਸੀ ਉਹ। ਸੋ ਸੁਖਦੇਵ ਦੇ ਢਾਬੇ ਤੇ ਜਦੋਂ ਮੈਂ ਕੀਤਾ, ਉੱਥੇ ਮੇਰੇ ਤੇ ਅਟੈਕ ਹੋਇਆ। ਉੱਥੇ 15-20 ਬੰਦਿਆਂ ਨੇ ਅਟੈਕ ਕੀਤਾ। ਕੁਝ ਬੰਦਿਆਂ ਨੇ ਮੈਨੂੰ ਕਿਹਾ ਬਾਈ ਤੂੰ ਲੜੀ ਨਾ, ਕਿਉਂਕਿ ਆਪਾਂ ਆਪਦੇ ਹੀ ਬੰਦਿਆਂ ਨਾਲ ਗਾਲੋ ਗਾਲੀ ਹੁੰਦੇ ਚੰਗੇ ਨਹੀਂ ਲੱਗਦੇ। ਉਹ ਗੱਲ ਸਾਰੀ ਮੇਰੇ ਤੇ ਹੀ ਆ ਜਾਣੀ ਸੀ ਵੀ ਤੂੰ ਨਿਕਲ ਜਾ ਇੱਥੋਂ। ਉੱਥੋਂ ਮੈਂ ਨਿਕਲਿਆ, ਗਾਂ ਇੱਕ ਬੰਦੇ ਦਾ ਮੋਟਰਸਾਈਕਲ ਲਿਆ, ਉਹਦੇ ਤੋਂ ਉਹਨਾਂ ਦਾ ਨੰਬਰ ਲਿਆ ਵੀ ਬਾਅਦ 'ਚ ਮੋਟਰਸਾਈਕਲ ਵਾਪਸ ਭੇਜ ਦਾਂਗੇ, ਵਾਪਸ ਵੀ ਭੇਜਿਆ। ਉਹ ਸੁਖਦੇਵ ਦੇ ਢਾਬੇ ਤੋਂ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ, ਕਿਉਂਕਿ ਅਦਰਵਾਈਜ਼ ਉਹਨਾਂ ਨੇ ਤਾਂ ਲੜਾਈ ਉਹ ਤਾਂ ਧਾਰ ਕੇ ਆਏ ਸੀ ਵੀ ਇਹਦਾ ਕੋਈ ਨਾ ਕੋਈ ਨੁਕਸਾਨ ਕਰਨਾ। ਕੌਣ ਸੀ ਸਰ? ਸਿੱਧੂ ਆਰਐਸਐਸ ਬੀਜੇਪੀ ਦੇ ਨਾਲ ਵੀ ਰਲਿਆ ਹੋਇਆ। ਉਹਦਾ ਹੁਣ ਇਲਜ਼ਾਮ ਲੱਗਦੇ 6 ਮਹੀਨੇ ਹੋ ਗਏ ਹੈ ਨਾ, ਉਹ ਤਾਂ 6 ਮਹੀਨੇ ਹੋ ਗਏ ਇਸ ਇਲਜ਼ਾਮ ਨੂੰ ਲੱਗਦੇ। ਇਹਦੀ ਕੋਈ ਬੁਨਿਆਦ ਨਹੀਂ ਆ, ਕੋਈ ਆਧਾਰ ਨਹੀਂ ਆ। ਇਹ ਗੱਲਾਂ ਬੜੀਆਂ, ਆਪਾਂ ਇਹਦੇ ਤੇ ਬਹੁਤ ਗੱਲਾਂ ਕਰ ਚੁੱਕੇ ਆ। ਕਿਸਾਨੀ ਜ਼ਿੰਮੇਵਾਰ ਕਿਹਨੂੰ ਸਮਝਦੇ? ਇਹਦੇ ਵਿੱਚ ਜ਼ਿੰਮੇਵਾਰ ਕਿਹਨੂੰ ਸਮਝਦੇ ਅਸੀਂ? ਜੇ ਉੱਥੋਂ ਤੱਕ ਆਪਣੀ ਕੋਈ ਗੱਲ ਹੁੰਦੀ, ਅੱਜ ਸਨੀ ਦਿਓਲ ਬਾਈ ਨਾਲ ਆਪਾਂ ਇਲੈਕਸ਼ਨ ਲੜ ਕੇ ਗਏ ਆ ਇੱਥੇ, ਅੱਜ ਕੋਈ ਨਾਤਾ ਹੀ ਨਹੀਂ ਰਿਹਾ ਹੈ ਨਾ। ਦੂਜੀ ਗੱਲ, ਕਾਲ ਕੋਠੜੀਆਂ 'ਚ ਨਹੀਂ ਜਾਣਾ ਸੀ, ਭੁੱਖੇ ਨਹੀਂ ਸੌਣਾ ਸੀ, ਰਾਤਾਂ ਨੂੰ ਜਗਾ ਕੇ ਨਹੀਂ ਰੱਖਣਾ ਸੀ। ਫਿਰ
ਇੰਨੇ ਕੇਸ ਨਹੀਂ ਪੈਣੇ ਸੀ ਹਜੇ 2 FIR ਤਾਂ ਆਪਣੇ ਤੇ ਆਲਰੇਡੀ ਉਹਨਾਂ ਨੇ ਕੀਤੀਆਂ ਹੋਈਆਂ। ਸੋ ਇਹ ਸਰਕਾਰਾਂ ਦੇ ਬੰਦਿਆਂ ਦੇ ਨਾਲ ਇਹ ਕੰਮ ਨਹੀਂ ਹੁੰਦੇ। ਸਰ ਦੇਖਿਆ ਜਾਵੇ ਤਾਂ ਸੰਨੀ ਦਿਓਲ ਦੇ ਨਾਲ ਇੰਨਾ ਕੁਝ ਕਦਮ ਤੁਸੀਂ ਚੱਲੇ ਜੇ ਨਾਲ ਇਲੈਕਸ਼ਨ ਦੇ ਵਿੱਚ, ਲੱਗਦਾ ਨਹੀਂ ਕਿ ਇਲੈਕਸ਼ਨ ਨੂੰ ਰਾਜਨੀਤੀ ਛੱਡ ਕੇ ਉਸ ਤਰ੍ਹਾਂ ਤੁਹਾਡੇ ਨਾਲ ਖੜਨਾ ਚਾਹੀਦਾ ਸੀ? ਦੇਖੋ ਪਰਿਵਾਰਕ ਤੌਰ ਤੇ ਤਾਂ ਖੜਨਾ ਹੀ ਚਾਹੀਦਾ ਸੀ, ਪਰ ਉਹ ਪਰਿਵਾਰਕ ਤੌਰ ਤੇ ਨਹੀਂ ਖੜੇ ਹੋਏ। ਜਿਹੜੇ ਦੋਸਤ ਹੁੰਦੇ ਆ ਨਾ, ਜਿਹੜੇ ਅਸਲ ਹੁੰਦੇ ਆ ਦੋਸਤ, ਔਰ ਉਹ ਕੋਈ ਹੁੰਦਾ ਜਦੋਂ ਸਮੇਂ ਤੇ ਭੀੜ ਪੈਂਦੀ ਆ ਤੁਹਾਡੇ ਤੇ ਜਾਂ ਸਰਕਾਰਾਂ ਦੇ ਤੁਹਾਡੇ ਅਗੇਂਸਟ ਜਾਂ ਸਟੇਟ ਤੁਹਾਡੇ ਅਗੇਂਸਟ ਹੋ ਜਾਂਦੀ ਆ, ਉਦੋਂ ਕੋਈ ਖੜਦਾ ਬਾਈ, ਹਰ ਬੰਦਾ ਨਹੀਂ ਖੜਦਾ। ਬਥੇਰੇ ਲੋਕ ਭੱਜਦੇ ਦੇਖੇ ਮੈਂ। ਸਾਰੇ ਦੇ ਮਹਿਜ ਦੇ ਵਿੱਚ ਗੱਲ ਹੈ ਕਿ ਦੀਪ ਸਿੱਧੂ ਪਾਰਟੀ ਬਣਾਉਣ ਜਾ ਰਹੇ ਨੇ, ਇਹਦੇ ਬਾਰੇ ਜਾਣੂ ਕਰੋ ਕੀ ਹੈ। ਨਹੀਂ ਪਾਰਟੀ ਆਏ ਆ ਵੀ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਪੰਜਾਬ ਨੂੰ ਇੱਕ ਕੰਪਲੀਟ ਪੋਲੀਟੀਕਲ ਸਟਰਕਚਰ ਇਹੋ ਜਿਹਾ ਹੋਵੇ ਜਿਹੜਾ ਪੰਜਾਬ ਦੇ ਅਸਲ ਮਸਲਿਆਂ ਦੀ ਗੱਲ ਕਰੇ। ਸਾਨੂੰ ਉਹੋ ਜਿਹੀ ਕਿਸੇ ਪੋਲੀਟੀਕਲ ਲੀਡਰਸ਼ਿਪ ਦੀ ਜ਼ਰੂਰਤ ਆ, ਔਰ ਉਹ ਖੇਤਰੀ ਲੀਡਰਸ਼ਿਪ ਹੋਵੇ, ਕਿਉਂਕਿ ਪੰਜਾਬ ਦੇ ਮਸਲੇ ਖੇਤਰੀ ਆ। ਦਿੱਲੀ ਨੇ ਸਾਨੂੰ ਕਦੇ ਨਿਆਂ ਨਹੀਂ ਦਿੱਤਾ, ਦਿੱਲੀ ਨੇ ਸਾਡੇ ਮਸਲਿਆਂ ਨੂੰ ਕਦੇ ਸਮਝ ਕੇ ਉਹਨਾਂ ਨੂੰ ਕਦੇ ਸਾਨੂੰ ਸੁਲਝਾਇਆ ਨਹੀਂ। ਸੋ ਇਸ ਕਰਕੇ ਸਾਨੂੰ ਸਾਡੀ ਖੇਤਰੀ ਪਾਰਟੀ ਜਿਹੜੀ ਸਾਨੂੰ ਰਿਪਰੈਜ਼ੈਂਟ ਕਰੇ, ਸਾਡੇ ਲੋਕਾਂ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰੇ, ਸਾਡੇ ਮਸਲਿਆਂ ਦੇ ਹੱਲ ਦੇਵੇ, ਉਹਦੀ ਬੜੀ ਜ਼ਰੂਰਤ ਹੈ। ਜਿਨ੍ਹਾਂ ਦੇ ਮਗਰ ਯੂਥ ਹੈ ਤੁਹਾਡੇ ਹੱਕ ਚ ਉਤਰ ਆਇਆ ਤੇ ਜਦੋਂ ਜ਼ਮਾਨਤ ਹੋਈ ਤੇ ਨੌਜਵਾਨਾਂ ਨੇ ਕਾਫੀ ਜਿਹੜਾ ਸੈਲੀਬ੍ਰੇਟ ਕੀਤਾ, ਲੱਡੂ ਵੰਡੇ, ਕਿਹਦੇ ਤੋਂ ਦੇਖਦੇ ਹੋ ਤੁਸੀਂ? ਭਾਈ ਜੀ ਮੈਂ ਦੇਣ ਹੀ ਨਹੀਂ ਦੇ ਸਕਦਾ ਸਾਡੇ ਬੰਦਿਆਂ ਨੂੰ, ਤੇ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ, ਇਹਨਾਂ ਨੇ ਤਾਂ ਇੱਥੋਂ ਦਾ ਸ਼ਕਤੀ ਮਿਲੀ, ਇਹਨਾਂ ਨੇ ਸਾਨੂੰ ਹੱਥ ਦੇ ਕੇ ਰੱਖਿਆ, ਪਰ ਮੈਂ ਸਾਡੀਆਂ ਉਹਨਾਂ ਰੂਹਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਨਾਲ ਖੜ ਕੇ ਆਵਾਜ਼ ਬੁਲੰਦ ਕੀਤੀ। ਉਹ ਸਾਰਾ ਜਿਹੜਾ ਮੇਰੇ ਤੇ ਤੌਹਮਤਾਂ ਲਾਈਆਂ ਗਈਆਂ, ਉਹਨਾਂ ਤੌਹਮਤਾਂ ਨੂੰ ਖਤਮ ਕੀਤਾ। ਤੇ ਜਦੋਂ ਮੈਂ ਬਾਹਰ ਆਇਆ ਤਾਂ ਆਲਮ ਹੀ ਕੁਝ ਹੋਰ ਸੀ। ਜਦੋਂ ਅੰਦਰ ਗਏ ਆ ਖਲਕਤ ਸਾਰੀ ਉਲਟ, ਜਦੋਂ ਬਾਹਰ ਆਏ ਆ ਉਹੀ ਖਲਕਤ ਤੁਹਾਡੇ ਹੱਕ 'ਚ। ਇਹ ਤਾਂ ਕੋਈ ਚਮਤਕਾਰ ਹੀ ਹੋ ਸਕਦਾ। ਔਰ ਆਖਿਰ ਤੁਹਾਨੂੰ ਟਾਰਗੇਟ ਕੀਤਾ ਗਿਆ ਜੀ ਇਸ ਸਾਰੇ ਮਾਮਲੇ 'ਚ? ਹਾਂਜੀ, ਤੁਹਾਨੂੰ ਤੇ ਲੱਖਾਂ ਨੂੰ ਦੋ ਜਣਿਆਂ ਤੇ ਯੂਥ, ਜਿਨ੍ਹਾਂ ਦੇ ਮਗਰ ਯੂਥ ਹੈਗਾ, 2 ਜਣਿਆਂ ਨੂੰ ਟਾਰਗੇਟ ਕੀਤਾ ਗਿਆ। ਕਾਰਨ ਕੀ ਸਮਝਦੇ ਸੀ? ਬਾਈ ਪਤਾ ਕੀ ਹੁੰਦਾ, ਜਦੋਂ ਐਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨਾ, ਉਹਨਾਂ ਲਹਿਰਾਂ ਦੇ ਵਿੱਚ ਲੋਕ ਕੁਝ ਚਿਹਰਿਆਂ ਨਾਲ ਆਈਡੈਂਟੀਫਾਈ ਕਰਨ ਲੱਗ ਜਾਂਦੇ ਆ। ਉਸ ਆਈਡੈਂਟੀਫਿਕੇਸ਼ਨ ਦਾ ਕਾਰਨ ਹੀ ਸੀ ਵੀ ਲੱਖੇ ਨਾਲ ਤੇ ਮੇਰੇ ਨਾਲ ਯੂਥ ਆਈਡੈਂਟੀਫਾਈ ਕਰਨ ਲੱਗ ਗਿਆ ਵੀ ਇਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ, ਸਾਡੇ ਜਜ਼ਬਾਤਾਂ ਦੀ ਗੱਲ ਕਰਦੇ ਆ ਇਹ। ਔਰ ਗੱਲ ਕੀ ਕਰਦੇ ਸੀ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ, ਸਾਡੇ ਤੇ 84 ਆਈ, ਦਰਬਾਰ ਸਾਹਿਬ ਨੂੰ ਢਾਹ ਦਿੱਤਾ ਗਿਆ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਉਸ ਤੋਂ ਬਾਅਦ ਸਿੱਖ ਜੈਨੋਸਾਈਡ ਹੋਈ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਸਾਡੇ ਇੱਥੇ ਹਜ਼ਾਰਾਂ ਨੌਜਵਾਨ ਮਾਰੇ ਗਏ, ਖਾਲੜਾ ਸਾਹਿਬ ਨੇ ਕਿੰਨਾ ਕੰਮ ਕੀਤਾ ਸਾਡੇ ਸਾਹਮਣੇ ਆ। ਬੇਦੋਸ਼ੇ ਨਿਰਦੋਸ਼ ਨੌਜਵਾਨ ਚੱਕ ਮਾਰੇ ਗਏ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਜਦੋਂ ਇਹਨਾਂ ਸਾਰੀਆਂ ਘਟਨਾਵਾਂ ਦਾ ਕਲੋਜ਼ਰ ਨਾ ਮਿਲਿਆ ਹੋਵੇ ਤੇ ਲੋਕਾਂ ਦੇ ਮਨਾਂ 'ਚ ਗੁੱਸਾ ਪਿਆ ਹੋਵੇ, ਜਿਹੜੇ ਕੋਈ ਬੰਦੇ ਆ ਕੇ ਉਸ ਗੁੱਸੇ ਦੀ ਗੱਲ ਕਰਨ ਜਾਂ ਉਹਨਾਂ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰਨ, ਲੋਕ ਉਹਨਾਂ ਨਾਲ ਆਈਡੈਂਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਆ। ਦੀਪ ਸਿੱਧੂ ਕਿਸਾਨਾਂ ਦੀ ਸਟੇਜ ਉੱਤੇ ਚੜਨਗੇ, ਸਿਧਾਣੀ ਦੇ ਨਾਲ ਜੇ ਗ੍ਰਿਫਤਾਰੀ ਹੁੰਦੀ ਆ ਤਾਂ ਮੈਂ ਉਹਦੇ ਨਾਲ ਖੜਾਂਗਾ। ਹਾਂਜੀ, ਤੇ ਲੱਖਾ ਸਿਧਾਣਾ ਤੁਹਾਡੇ ਨਾਲ ਕਿਉਂ ਨਹੀਂ ਖਲੋਤਾ? ਭਾਈ ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ ਵੀ ਖਲੋਤੇ ਕਿ ਨਹੀਂ ਖਲੋਤੇ, ਮੈਨੂੰ ਇਹ ਵੀ ਨਹੀਂ ਪਤਾ। ਪਰ ਮੈਂ ਇਹ ਕਹਿੰਦਾ, ਜੋ ਵੀ ਇਸ ਅੰਦੋਲਨ 'ਚ ਜਾਂ ਕੋਈ ਹੋਰ ਸਾਡੇ ਨੌਜਵਾਨ ਨਾਲ ਪੁਲਿਸ ਧੱਕਾ ਕਰਦੀ ਆ, ਆਪਾਂ ਉਹ ਸਾਰਿਆਂ ਦੇ ਨਾਲ ਖੜੇ ਆ, ਕਿਉਂਕਿ ਹੁਣ ਧੱਕਾ ਨਹੀਂ ਹੋਣ ਦੇਵਾਂਗੇ। ਬੜਾ ਸਹਿ ਲਿਆ ਪੰਜਾਬ ਨੇ, ਔਰ ਇਹ ਸਾਨੂੰ ਸਾਰਿਆਂ ਨੂੰ ਪਤਾ। ਔਰ ਅਸੀਂ ਵੰਡ ਵੀ ਨਹੀਂ ਹੋਣ ਦੇਣੀ ਵੀ ਇੱਥੇ ਸਿੱਖ ਹਿੰਦੂ ਦੀ ਵੰਡ ਕਰਾ ਦਈਏ ਜਾਂ ਮੁਸਲਮਾਨ ਦੀ ਵੰਡ ਕਰਾ ਦਈਏ। ਮਾਨਸ ਕੀ ਜਾਤ ਸਭੇ ਏਕੋ ਪਹਿਚਾਨ। ਦੀਪ ਸਿੱਧੂ ਕਿੱਥੇ ਖੜੇ ਨੇ ਹੁਣ? ਕਿਸਾਨਾਂ ਦੇ ਨਾਲ ਖੜੇ। ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹੁਣ ਕੀ ਪਹੁੰਚੋਗੇ ਸਿੰਘੂ ਜਲਦੀ ਪਹੁੰਚਾਂਗੇ ਜੀ। ਔਰ ਉਹ ਸਾਡਾ ਹੋਂਦ ਦੀ ਲੜਾਈ ਆ, ਸਾਡਾ ਅੰਦੋਲਨ ਆ, ਤੇ ਸਾਡੀ ਜਿਹੜੀ ਉੱਥੇ ਸਾਰੇ ਬੰਦੇ ਹਜੇ ਤੱਕ ਬੈਠੇ ਆ ਤੇ ਇਸ ਲੀਡਰਾਂ ਜਿਹਾ ਲੱਗਦਾ ਸਾਹਮਣੇ ਦੇਖੀ ਜਲਦੀ ਨਹੀਂ, ਮੈਂ ਆਉਂਦੇ ਜਾ ਕੇ ਵੀ ਆਇਆ ਤੇ ਬੜੀ ਛੇਤੀ ਜਾਵਾਂਗੇ। ਸਰ ਲਾਲ ਕਿਲੇ 'ਚ ਜੋ ਇਨਸੀਡੈਂਟ ਹੋਇਆ ਜੀ, ਆਖਿਰ ਪੰਜਾਬੀ ਜਿਹੜੀ ਇੰਡਸਟਰੀ ਉਹਨਾਂ ਨੇ ਤੁਹਾਨੂੰ ਕਿਉਂ ਨਹੀਂ ਆਖਿਰ ਕੁਝ ਤੁਹਾਡੇ ਖਿਲਾਫ? ਬਾਈ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਸਟੇਟ ਦੀ ਮਾਰ ਪੈਂਦੀ ਆ ਨਾ, ਉਹਦੇ ਖਿਲਾਫ ਬੋਲਣਾ ਬਹੁਤ ਔਖਾ। ਵੱਡੇ ਡਰ ਜਾਂਦੇ ਆ, ਵੱਡੇ ਰਿਸ਼ਤੇਦਾਰ ਭੱਜ ਜਾਂਦੇ ਆ, ਆਪਦੇ ਬੰਦੇ ਆਪਦੇ ਸਕੇ ਸੰਬੰਧੀ ਭੱਜ ਜਾਂਦੇ ਆ। ਉਹ ਤਾਂ ਫੇਰ ਇੰਡਸਟਰੀ ਦੇ ਬੰਦੇ ਸੀ। ਹੌਲੀ ਜਦੋਂ ਇੱਕ ਆਵਾਜ਼ ਬਦਲਦੀ ਆ, ਜਦੋਂ ਮਾਹੌਲ ਬਦਲਦਾ, ਫੇਰ ਲੋਕ ਖੜੇ ਹੁੰਦੇ ਆ ਤੇ ਫੇਰ ਅਦਰਵਾਈਜ਼ ਬਹੁਤ, ਇਹ ਤਾਂ ਸਦੀਆਂ ਤੋਂ ਦੇਖਿਆ ਗਿਆ ਨਾ, ਜਦੋਂ ਹਕੂਮਤਾਂ
ਖਿਲਾਫ ਹੁੰਦੀਆਂ ਉਦੋਂ ਕੋਈ ਅਸਲ ਬੰਦੇ ਤੇ ਅਸਲ ਰੂਹਾਂ ਹੀ ਖੜਦੀਆਂ ਆਖਰੀ ਤੁਹਾਡੇ ਸਵਾਲ ਹੈ ਕਿ ਬੜੀ ਕੋਸ਼ਿਸ਼ਾਂ ਹੋਈਆਂ ਕਿਸਾਨੀ ਅੰਦੋਲਨ ਨੂੰ ਢਹਿ ਲਾਉਣ ਵਾਸਤੇ, ਤੁਹਾਡੇ ਉੱਤੇ ਵੀ ਪਰਚੇ ਦਰਜ ਕੀਤੇ, ਹੋਰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਹੁਣ ਲੱਗਦਾ ਕਿ ਜਿਹੜਾ ਕਰੋਨਾ ਦੀ ਇੱਕ ਨਵੀਂ ਮਾਰ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ, ਆਕਸੀਜਨ ਨਹੀਂ ਹੈਗੀ, ਕਰੋਨਾ ਨਾਲ ਫੈਲਾ ਦੇ ਕਿਸਾਨ, ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ, ਲੱਗਦਾ ਕਿ ਫਿਰ ਇਹ ਢਹਿ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਬਾਈ, ਇਹਦੇ ਤੇ ਕਿੰਨੀ ਕੁ ਸੱਚਾਈ ਆ ਇਹ ਤਾਂ ਨਹੀਂ ਮੈਨੂੰ ਪਤਾ। ਕਨਸਪੀਰੇਸੀ ਥਿਊਰੀਜ਼ ਤਾਂ ਹਮੇਸ਼ਾ ਹੀ ਕੰਮ ਕਰਦੀਆਂ ਹੁੰਦੀਆਂ, ਪਰ ਜਿਹੜੀ ਇਹਦੇ ਨਾਲ ਇੱਕ ਗੱਲ ਵਾਚਣੀ ਬੜੀ ਜ਼ਰੂਰੀ ਆ ਵੀ ਰੋਜ਼ ਦੇ 300 ਬੰਦੇ ਇਕੱਲੇ ਦਿੱਲੀ 'ਚ ਮਰ ਰਹੇ ਆ। ਹੁਣ ਉਹ ਬੰਦੇ ਮਰ ਰਹੇ ਆ, ਇਹ ਤਾਂ ਕੋਈ ਗੱਲ ਸਾਡੇ ਸਮਝ ਆਉਣੀ। ਔਰ ਮੇਰੇ ਖਿਆਲ ਇੰਡੀਆ 'ਚ 2400-2500 ਬੰਦਾ ਦਿਨ ਦਾ ਮਰ ਰਿਹਾ। ਸੋ ਪੈਂਡੈਮਿਕ ਦਾ ਕਹਿਰ ਤਾਂ ਹੈਗਾ ਹੀ ਹੈਗਾ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਵੀ ਇੱਥੇ ਆਪਣੇ ਐਪਲੀਕੇਬਲ ਆ, ਸਾਨੂੰ ਧਿਆਨ ਰੱਖਣਾ ਚਾਹੀਦਾ। ਸਾਨੂੰ ਉਹ ਪ੍ਰੋਟੋਕਾਲ ਜੋ ਸਰਕਾਰ ਨੇ ਇੱਥੇ ਸਾਨੂੰ ਦੱਸੇ ਆ, ਸੋਸ਼ਲ ਡਿਸਟੈਂਸਿੰਗ ਹੋਵੇ, ਚਾਹੇ ਸਾਨੂੰ ਜਿੰਨੇ ਕੁ ਬੰਦੇ ਇਕੱਠ ਕਰਨ ਦਾ ਹਾਂਜੀ ਕਿਹਾ ਗਿਆ ਹੋਵੇ, ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਪਰ ਨਾਲ ਦੀ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਸਾਡੇ ਕਿਸਾਨ ਉੱਥੇ ਬੈਠੇ ਆ ਤੇ ਮਹਾਮਾਰੀ ਫੈਲ ਰਹੀ ਆ। ਸਰਕਾਰ ਕਿਸਾਨਾਂ ਨਾਲ ਜੈਨੂਇਨ ਟਾਕਸ 'ਚ ਜਲਦੀ ਤੋਂ ਜਲਦੀ ਇੰਗੇਜ ਹੋਵੇ ਤੇ ਇਸ ਜਿਹੜੀ ਆਪਣੇ ਐਜੀਟੇਸ਼ਨ ਆ ਉਹਦਾ ਕੋਈ ਨਾ ਕੋਈ ਹੱਲ ਨਿਕਲੇ। ਸਰਕਾਰ ਨੂੰ ਕਿੱਥੇ ਦੇਖਦੇ ਹੋ? ਕੇਂਦਰ ਦੀ ਸਰਕਾਰ ਜਿਹੜੀ ਹੈ, ਇੱਧਰ ਦੇਖੇ ਸਾਹਮਣੇ ਦੇਖੇ, ਤੁਸੀਂ ਕਿਹਾ ਕਿ ਟਾਕ ਤੋਂ ਬਿਨਾਂ ਹੱਲ ਨਹੀਂ ਹੈ। ਟਾਕ 22 ਜਨਵਰੀ ਤੋਂ ਬਾਅਦ ਨਹੀਂ ਹੋਈ, ਅਸੀਂ ਵੀ ਉੱਥੇ ਸੀ ਜਦੋਂ ਲਾਸਟ 22 ਜਨਵਰੀ ਤੋਂ ਕੇਂਦਰ ਦੇ ਨਾਲ ਖਤਮ ਹੋਇਆ, ਉਸ ਤੋਂ ਬਾਅਦ 26 ਜਨਵਰੀ ਦਾ ਇੰਸੀਡੈਂਟ ਹੁੰਦਾ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਸਾਹਮਣੇ ਦੇਖੇ ਸਰਕਾਰ ਮੈਨੂੰ ਐਂ ਲੱਗਦਾ, ਦੇਖੋ ਮੇਰਾ ਆਪਦਾ ਪਰਸਨਲ ਵਿਊ ਆ, ਸਰਕਾਰ ਨੇ ਇਸ ਐਜੀਟੇਸ਼ਨ ਦੀ ਸੀਰੀਅਸਨੈਸ ਨੂੰ ਕਦੇ ਸਮਝਿਆ ਨਹੀਂ, ਇਸ ਐਜੀਟੇਸ਼ਨ ਨੂੰ ਐਨਾਲਾਈਜ਼ ਸਹੀ ਨਹੀਂ ਕੀਤਾ, ਇਸ ਐਜੀਟੇਸ਼ਨ ਦੀ ਜਿਹੜੀ ਇੱਕ ਸਿਗਨੀਫੀਕੈਂਸ ਆ ਉਹਨੂੰ ਹਮੇਸ਼ਾ ਹੀ ਉਹ ਘੱਟ ਦੇਖਦੇ ਰਹੇ। ਇਹਦੀ ਗਲੋਬਲ ਸਿਗਨੀਫੀਕੈਂਸ ਆ ਔਰ ਲੋਕ ਆਲ ਇੰਡੀਆ ਲੈਵਲ ਤੇ ਕਿਸਾਨ ਥ੍ਰੈਟਨਡ ਫੀਲ ਕਰ ਰਹੇ ਆ। ਕਿਸਾਨਾਂ ਨੂੰ ਐਂ ਲੱਗਦਾ ਵੀ ਸਾਡੀ ਹੋਂਦ ਹੀ ਨਹੀਂ ਰਹਿਣੀ, ਅਸੀਂ ਤਾਂ ਮੁਜ਼ਾਹਰਿਆਂ ਤੋਂ ਮਾਲਕ ਬਣੇ ਸੀ, ਫਿਰ ਮੁੜ ਕੇ ਮੁਜ਼ਾਹਰੇ ਬਣ ਜਾਾਂਗੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕ ਬਣਾਇਆ ਸੀ। ਸਰਕਾਰ ਨੇ ਕਦੇ ਵੀ ਜੈਨੂਇਨ ਟਾਕਸ 'ਚ ਮੈਨੂੰ ਐਂ ਲੱਗਦਾ ਵੀ ਇੰਗੇਜ ਹੀ ਨਹੀਂ ਕੀਤਾ ਕਿਸਾਨਾਂ ਨੂੰ। ਹੁਣ ਸਰਕਾਰ ਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝ ਲੈਣੀ ਚਾਹੀਦੀ ਆ ਵੀ ਇਹਦਾ ਕੋਈ ਗੱਲਬਾਤ ਰਾਹੀਂ ਅਸੀਂ ਇਸ ਡੈਡਲੌਕ ਨੂੰ, ਇਸ ਸਟੇਲਮੇਟ ਨੂੰ ਤੋੜੀਏ, ਇਹਦਾ ਹੱਲ ਨਿਕਲੇ ਤੇ ਸਾਡੇ ਲੋਕ ਉੱਥੋਂ ਜਿੱਤ ਕੇ ਆਉਣ ਮੋਰਚੇ। 22 ਜਨਵਰੀ ਤੋਂ ਬਾਅਦ ਸਾਰਾ ਠੇਕਾ ਤੁਹਾਡੇ ਤੇ ਖੋਲਿਆ ਗਿਆ, ਕਾਰਨ ਕੀ ਹੈ ਕਿ 26 ਜਨਵਰੀ ਤੋਂ ਬਾਅਦ ਕਾਰਨ ਕੀ ਹੈ ਕਿ ਇਸ ਤਰੀਕ ਨੂੰ ਇਸ ਚੀਜ਼ ਨੂੰ ਹਾਈਲਾਈਟ ਬਹੁਤ ਕੀਤਾ ਗਿਆ ਸਰਕਾਰ ਵੱਲੋਂ, ਪਰ ਆਪਣੀਆਂ ਜਿਹੜੀਆਂ ਗੱਲਾਂ ਕਿਹਦੀ ਬਾਈ ਇਹ ਗੱਲਾਂ, ਇਹਦਾ ਨਾ ਰੀਜ਼ਨ ਇਹ ਆ, ਉਹ ਹਮੇਸ਼ਾ ਹੀ ਸਕੇਪਗੋਟ ਲੱਭਦੇ ਹੁੰਦੇ। ਐਡੀਆਂ ਵੱਡੀਆਂ ਲਹਿਰਾਂ ਨੂੰ ਇੱਕ ਬੰਦੇ ਤੱਕ ਆ ਕੇ ਸੀਮਤ ਕਰ ਦੇਣਾ ਤੇ ਬਾਕੀ ਪਰਤਾਂ ਨੂੰ ਫਰੋਲਣਾ ਹੀ ਨਹੀਂ, ਇਹ ਹਾਂਜੀ ਚੱਲੀਏ ਤਾਂ ਹਮੇਸ਼ਾ ਹੀ ਸਕੇਪਗੋਟ ਲੱਭਦੀਆਂ ਹੁੰਦੀਆਂ ਸਰਕਾਰਾਂ। ਸਰਕਾਰ ਨੇ ਇਹੀ ਕੰਮ ਹੁਣ ਕੀਤਾ। ਹਾਲਾਂਕਿ ਜੇ ਅਸਾਂ ਅੰਦੋਲਨ ਨੂੰ ਜੇ ਆਪਾਂ ਐਨਾਲਾਈਜ਼ ਕਰੀਏ ਤਾਂ ਇਹਦੀਆਂ ਇੰਨੀਆਂ ਕੁ ਪਰਤਾਂ ਸਾਹਮਣੇ ਆਉਣ, ਉਹਨਾਂ ਨੂੰ ਸਮਝਣ ਵਾਸਤੇ, ਉਹਨਾਂ ਦੀ ਗੱਲ ਕਰਨ ਵਾਸਤੇ ਕੋਈ ਆਪਣੇ ਵਾਸਤੇ ਲੰਬਾ ਟਾਈਮ